ਆਸਫ ਅਲੀ ਕੀ ਹਾਲ ਆ? ਠੀਕ ਠਾਕ, ਤੁਸੀਂ ਸੁਣਾਓ? ਠੀਕ ਹੋ? ਮੈਂ ਠੀਕ ਠਾਕ। ਸਈਦ ਅਜਮਲ ਦਾ ਜਿਹੜਾ ਮੈਂ ਸ਼ਾਰਜਾ 'ਚ ਇੰਟਰਵਿਊ ਕੀਤਾ ਸੀ ਉਹ ਦੇਖਿਆ ਸੀਗਾ? ਜੀ ਜੀ ਦੇਖਿਆ ਜੀ, ਬਹੁਤ ਵਧੀਆ ਸੀ। ਮੈਂ ਦੇਖ ਰਿਹਾ ਸੀ ਕਿ ਪਤਾ ਨਹੀਂ ਪੰਜਾਬੀ 'ਚ ਲਿਆ ਕੇ ਉਹੀ ਵਾਹਦ ਇੰਟਰਵਿਊ ਜੋ ਪੰਜਾਬੀ 'ਚ ਕੀਤਾ ਹੈ, ਅਤੇ ਅੱਜ ਵੀ ਤੁਸੀਂ ਕਹਿ ਰਹੇ ਹੋ ਪੰਜਾਬੀ 'ਚ। ਮੈਂ ਕਿਹਾ ਯਾਰ ਓਪਰਾ ਜਿਹਾ ਨਹੀਂ ਲੱਗੇਗਾ ਕਿ ਤੁਸੀਂ ਕਹਿ ਰਹੇ ਨਹੀਂ? ਬਹੁਤ 3.5 ਲੱਖ ਬੰਦਿਆਂ ਨੇ ਦੇਖਿਆ ਸਈਦ ਭਾਈ ਦਾ ਜੋ ਇੰਟਰਵਿਊ ਤਾਂ, ਤੇ ਮੈਂ ਕਿਹਾ ਚਲੋ ਠੀਕ ਹੈ ਜੀ, ਫਿਰ ਵਧੀਆ ਲੱਗੇਗਾ ਮੈਨੂੰ। ਸ਼ਾਦੀशुदा जी अलहमदुलिल्लाह। मैं लास्ट ईयर मेरी शादी हुई सी PSL तो पहले। अलहमदुलिल्लाह मेरी एक बेटी है। ਹੁਣ मैं यही समझदा कि ਜਦੋਂ ਮੇਰੀ ਸ਼ਾਦੀ ਹੋਈ ਨਾ ਤੇ ਮੇਰੀ ਲਾਈਫ ਨੋਰਮਲ ਰੂਟੀਨ ਨਾਲ ਚੱਲ ਰਹੀ ਸੀ, ਜਿਵੇਂ ਸ਼ਾਦੀ ਤੋਂ ਪਹਿਲੇ ਸੀ। ਜਦੋਂ ਅੱਲਾਹ ਪਾਕ ਨੇ ਮੈਨੂੰ ਬੇਟੀ ਦਿੱਤੀ ਹੈ ਤੇ ਮੇਰੀ ਲਾਈਫ ਹੀ ਚੇਂਜ ਹੋ ਗਈ ਹੈ। ਮੈਨੂੰ ਇੰਨਾ ਕੁਛ ਦਿੱਤਾ ਹੈ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਕਿੱਧਰੋਂ ਆ ਰਿਹਾ। ਪਾਕਿਸਤਾਨ ਖੇਲ ਗਿਆ PSL 'ਚ, ਇੰਨੀ ਅੱਛੀ ਪਰਫਾਰਮੈਂਸ ਰਹੀ ਹੈ। ਫਿਰ ਉਸ ਤੋਂ ਪਹਿਲੇ ਵਨਡੇ 'ਚ ਬੜੀ ਰੀਜਨ ਦੇ ਜੋ ਵਨਡੇ ਸੀਗੇ ਉਹਦੀ ਵੀ ਬੜੀ ਅੱਛੀ ਪਰਫਾਰਮੈਂਸ ਸੀ, ਫਸਟ ਕਲਾਸ। ਹਰ ਡਿਪਾਰਟਮੈਂਟ 'ਚ ਹਰ ਟੂਰਨਾਮੈਂਟ 'ਚ ਮੇਰਾ ਪਹਿਲਾ 100 ਇਸ ਸੀਜ਼ਨ ਹੋਇਆ। ਅਤੇ ਮੇਰੇ ਸੀਜ਼ਨ ਜਦੋਂ ਸਟਾਰਟ ਹੋਣ ਲੱਗਿਆ ਸੀਗਾ ਨਾ 4 ਡੇ ਦਾ, ਉਸ ਤੋਂ 2 ਦਿਨ ਪਹਿਲੇ ਮੇਰੇ ਬੇਟੀ ਹੋਈ ਹੈ। ਅਤੇ ਫਸਟ ਕਲਾਸ ਦੇ ਪਹਿਲੇ ਮੈਚ ਪਹਿਲੇ ਦਿਨ ਹੀ ਪਹਿਲੀ ਇਨਿੰਗ 'ਚ ਹੀ ਮੇਰਾ 150 ਸਕੋਰ। ਤੇ ਮੈਂ ਇਹੀ ਸਮਝਦਾ ਕਿ ਅੱਲਾਹ ਪਾਕ ਮੈਨੂੰ ਮੇਰੀ ਬੇਟੀ ਦੇ ਸਦਕੇ ਹੀ ਦੇ ਰਿਹਾ ਸਾਰਾ ਕੁਝ। ਸਵਾਲ ਹੈ ਕਿ ਅੱਜ ਜਿੱਥੇ ਆਸਫ ਅਲੀ ਖੜਾ, ਅੱਲਾਹ ਦੀ ਮਿਹਨਤ ਔਰ ਅੱਲਾਹ ਦਾ ਸਾਥ ਤੇ ਹਰ ਜਗ੍ਹਾ ਤੇ ਹੁੰਦਾ। ਅਗਰ ਮਿਸਬਾਹੁਲ ਹਕ ਨਾ ਹੁੰਦਾ ਤੇ ਆਸਫ ਅਲੀ ਅੱਜ ਜਗ੍ਹਾ ਤੇ ਹੁੰਦਾ ਜਾਂ ਨਾ ਹੁੰਦਾ? ਇਹ ਬਿਲਕੁਲ ਗੱਲ ਠੀਕ ਹੈ। ਮੈਂ ਕਹਿ ਲਓ ਕਿ ਆਪਣੀ ਲਾਈਫ ਦੇ ਵੀ ਜਿੰਨੇ ਵੀ ਮਸ਼ਹੂਰ ਹੈ ਕ੍ਰਿਕਟ ਦੇ ਬਾਰੇ 'ਚ, ਕ੍ਰਿਕਟ ਦੇ ਰਿਲੇਟਡ ਜਿਹੜੇ ਆ, ਮੈਂ ਸਾਰੇ ਮਿਸਬਾਹ ਭਾਈ ਦੇ ਨਾਲ ਉਹਨਾਂ ਕੋਲ ਇਹੀ ਡਿਸਕਸ ਕਰਨਾ, ਹੋਰ ਹਕੀਮ ਤੇ ਹੈ ਨਹੀਂ। ਹਾਂ ਸਹੀ ਗੱਲ, ਹਕੀਮ ਤਾਂ ਹੈ ਨਹੀਂ। ਅਤੇ ਬਾਕੀ ਇਹ ਕਿ ਜੋ ਮੈਨੂੰ ਕਹਿੰਦੇ ਨੇ ਮੈਂ ਉਹੀ ਕਰਦਾ ਨੇ। ਅਤੇ ਦੇਖੋ ਜੀ, ਅੱਲਾਹ ਪਾਕ ਨੇ ਕ੍ਰਿਕਟ ਖਿਲਾਣੀ, ਅੱਲਾਹ ਪਾਕ ਦੀ ਜ਼ਾਤ ਤੋਂ ਇਲਾਵਾ ਕੋਈ ਨਹੀਂ। ਬਾਕੀ ਇਹ ਕਿ ਅੱਲਾਹ ਪਾਕ ਇੱਕ ਵਸੀਲਾ ਬਣਾਉਂਦਾ ਹੈ ਜੀ, ਜਿਹੜਾ ਵਸੀਲਾ ਮੇਰਾ ਮਿਸਬਾਹ ਭਾਈ ਮੇਰਾ ਵਸੀਲਾ ਬਣੇ, ਕਿਉਂਕਿ ਮੈਨੂੰ ਹਰ ਕ੍ਰਿਕਟ 'ਚ ਮੈਨੂੰ ਬੈਕ ਕੀਤਾ ਉਹਨਾਂ ਨੇ। ਅਤੇ ਇੱਥੇ ਤੀਕਰ ਕਿ ਮੈਨੂੰ ਇਹ ਕਹਿੰਦੇ ਹੁੰਦੇ ਸੀ ਕਿ ਯਾਰ, ਮੈਂ ਕਿਸੇ ਟਾਈਮ ਬੈਠਾ ਹੁੰਦਾ ਨਾ ਚੁੱਪ ਕਰਕੇ, ਅਤੇ ਮੈਂ ਸੋਚ ਰਿਹਾ ਹੁੰਦਾ, ਮੇਰੇ ਜ਼ੇਨ 'ਚ ਦਿਮਾਗ 'ਚ ਆਉਂਦੀਆਂ ਸੀ ਗੱਲਾਂ ਕਿ ਯਾਰ ਪਤਾ ਨਹੀਂ ਮੈਂ ਕੱਲ੍ਹ ਮੈਚ ਖੇਲਣਾ ਕਿ ਨਹੀਂ ਖੇਲਣਾ। ਅਤੇ ਉਹ ਮੇਰੀ ਕਹਿ ਲੈ ਕੋਈ ਇੱਦਾਂ ਬੈਠਾ ਹੋਵੇ ਅਤੇ ਉਹ ਸਮਝ ਜਾਂਦੇ ਸੀ ਕਿ ਨਾ ਕੁਛ ਇਹਦੇ ਦਿਮਾਗ 'ਚ ਚੱਲ ਰਿਹਾ ਇਹਦੇ ਕੁਛ। ਅਤੇ ਮੈਨੂੰ ਕਹਿ ਦਿੰਦੇ ਸੀ ਯਾਰ ਅੱਧੀ ਟੀਮ ਤੇ ਤੂੰ ਹੈ ਅਤੇ ਤੂੰ ਇੰਝ ਬੈਠਾ ਹੈ। ਅਤੇ ਉਹ ਮੈਨੂੰ ਇੰਝ ਦਾ ਕੌਨਫੀਡੈਂਸ ਦਿੰਦਾ ਸੀ, ਅਤੇ ਮੈਂ ਵੈਸੇ ਸ਼ੇਅਰ ਹੋ ਜਾਂਦਾ ਸੀ ਕਿ ਯਾਰ ਕੋਈ ਮਸਲਾ ਹੀ ਕੋਈ ਨਹੀਂ ਹੈ। ਫਿਰ ਪਰਫੋਰਮ ਤੇ ਆਪੇ ਜਦੋਂ ਇਸ ਤਰ੍ਹਾਂ ਦਾ ਕੌਨਫੀਡੈਂਸ ਦੇਣਾ ਹੈ ਤਾਂ ਪਰਫੋਰਮ ਤੇ ਹੋਣਾ ਹੀ ਹੈ। ਫਿਰ ਮੈਂ ਕਰ ਲਓ ਇਹ ਸਵਾਲ, ਮੈਂ ਤੁਹਾਨੂੰ ਨਹੀਂ ਪੁੱਛਾਂਗਾ। ਅੱਜ ਦੇ ਨੌਜਵਾਨਾਂ ਨੂੰ ਦੱਸੋ ਕਿ ਆਸਫ ਅਲੀ ਜਿਹੜਾ ਅੱਜ ਕੌਮੀ ਖਿਲਾੜੀ ਬੈਠਾ ਹੈ, ਇਹਦੀ ਜ਼ਿੰਦਗੀ ਦੀ ਸ਼ੁਰੂਆਤ ਕੀ ਸਨ? ਇਹਨੇ ਕੀ ਮੁਸੀਬਤਾਂ ਵੇਖੀਆਂ, ਕਿੰਨੀਆਂ ਮਿਹਨਤਾਂ ਕੀਤੀਆਂ, ਕਿਹੜੇ ਪਾਪੜ ਵੇਲੇ ਕਿ ਅੱਜ ਪਾਕਿਸਤਾਨ ਟੀਮ ਤੱਕ ਪਹੁੰਚਿਆ? ਸਰ ਇਹ ਤਾਂ ਬੜੀ ਲੰਬੀ ਕਹਾਣੀ ਹੈ। ਠੀਕ ਹੈ, ਦੱਸੋ। ਇਹ ਮੈਂ ਕਹਾਣੀ ਦਾ ਸਿਲਸਿਲਾ ਇਸ ਵਾਸਤੇ ਸ਼ੁਰੂ ਕੀਤਾ ਕਿ ਸਾਡੇ ਨੌਜਵਾਨ ਸਮਝਦੇ ਆ ਕਿ ਫੇਸਬੁੱਕ ਤੇ ਬਹਿ ਕੇ ਸਭ ਕੁਝ ਹੋ ਜਾਣਾ। ਤੇ ਦੱਸੋ ਕਿ ਤੁਸੀਂ ਕੀ ਕੰਮ ਕੀਤੇ, ਰੋਟੀ ਪਾਣੀ ਵਾਸਤੇ ਕੀ ਕੀਤਾ, ਮਿਹਨਤ ਕਿੰਨੀ ਕੀਤੀ, ਤੇ ਫਿਰ ਇਸ ਮੁਕਾਮ ਤੇ ਪਹੁੰਚੇ? ਮੈਂ ਆਪਣੀ ਲਾਈਫ ਦੇ ਮਤਲਬ ਬਾਰੇ 'ਚ ਇਹੀ ਗੱਲ ਕਰਾਂਗਾ। ਮੈਂ ਜਦੋਂ ਜੋਬ ਕਰਦਾ ਸਾਂ ਨਾ, ਇੱਕ ਫੈਕਟਰੀ 'ਚ ਜੋਬ ਕਰਦਾ ਸਾਂ, ਠੀਕ ਹੈ, ਸਟੀਲ ਇੰਡਸਟਰੀ ਸੀ। ਅਤੇ ਜਿਸ ਬੰਦੇ ਦਾ ਮੈਂ ਨਾਮ ਲੈਣ ਲੱਗਾ ਤੁਹਾਨੂੰ ਨਹੀਂ ਅੱਛਾ ਲੱਗੇਗਾ, ਤਾਰਕ ਸਾਹਿਬ ਜੋ ਮਾਟੂ ਸਾਹਿਬ ਹੈ ਜੋ ਫੈਸਲਾਬਾਦ ਦਾ, ਉਹ ਜੋ ਵੀ ਹੈ ਜਿਸ ਤਰ੍ਹਾਂ ਦਾ ਵੀ ਹੈ ਬੰਦਾ, ਬਰਹਲ ਉਹਨੇ ਮੇਰੇ ਲਈ ਬਹੁਤ ਬੈਕ ਕੀਤੀ ਹੈ। ਠੀਕ ਹੈ, ਮੇਰੇ ਲਈ ਫੈਸਲਾਬਾਦ 'ਚ ਲੜਿਆ ਵੀ ਹੈ, ਮੁਖਾਲਫਿਨ ਸਿਆਸਤ ਬੜੀ ਹੈ। ਠੀਕ ਹੈ, ਹਰ ਜਗ੍ਹਾ ਹੀ ਹੈ। ਸਟੀਲ ਵਿੱਚ ਕੀ ਕੰਮ ਸੀ ਤੁਹਾਡਾ? ਮੈਂ ਇੱਕ ਕੁਆਲਿਟੀ ਇੰਸਪੈਕਟਰ ਫਾਈਨਲ ਇੰਸਪੈਕਸ਼ਨ ਦਾ। ਅਤੇ ਉਹਨਾਂ ਨੇ, ਮੈਂ ਉਹਨਾਂ ਦੇ ਕਲੱਬ 'ਚ ਖੇਲਦਾ ਸਾਂ। ਉਹਨਾਂ ਨੇ ਮੇਰਾ ਕਰਕੇ, ਕਿਉਂਕਿ ਮੈਨੂੰ ਫਰਾਈਡੇ ਦੀ ਛੁੱਟੀ ਹੁੰਦੀ ਸੀ, ਮੇਰਾ ਕਰਕੇ ਉਹਨਾਂ ਟੂਰਨਾਮੈਂਟ ਦੇ ਮੈਚਿਸ ਦਾ ਸੈਕਿੰਡ ਟਾਈਮ ਮੈਚ ਲੈਣੇ, ਜਿਹੜੇ ਨਾ 12 ਵਜੇ ਤੋਂ ਬਾਅਦ 1-1:30 ਵਜੇ ਮੈਚ ਸਟਾਰਟ ਹੁੰਦਾ ਸੀ। ਅਤੇ ਮੈਂ ਸ਼ਾਰਟ ਲੀਵ, ਮੈਨੂੰ ਮੰਥਲੀ ਇੱਕ ਮੰਥ 'ਚ 2 ਸ਼ਾਰਟ ਲੀਵ ਅਲਾਓ ਹੁੰਦੀਆਂ ਸੀ ਕਿ ਸ਼ਾਰਟ ਲੀਵ ਲੈ ਸਕਦਾ ਸੀ ਮੈਂ। 12 ਵਜੇ ਬ੍ਰੇਕ ਟਾਈਮ ਛੁੱਟੀ ਕਰ ਸਕਦਾ ਸੀ। ਉਸ ਤੋਂ ਇਲਾਵਾ ਮਹੀਨੇ 'ਚ ਤੁਹਾਨੂੰ ਪਤਾ ਜੁਮੇ ਵੀ ਕਿੰਨੇ ਆਉਂਦੇ, 4 ਆਉਂਦੇ ਨੇ, 4-6 ਛੁੱਟੀਆਂ ਹੋ ਜਾਂਦੀਆਂ ਸੀ ਮੇਰੀਆਂ। ਅਤੇ ਉਸ ਦੌਰਾਨ ਹੀ ਮੇਰੇ ਉਹ ਮੈਨੇਜ ਕਰਦੇ ਸੀ ਡਰਾਜ਼ ਕਿਸੇ ਵੀ ਟੂਰਨਾਮੈਂਟ ਦਾ ਸੀ, ਕਿਉਂਕਿ ਸੈਕਟਰੀ ਸੀ ਰੀਜਨ ਦੇ ਉਦੋਂ। ਅਤੇ ਉਹ ਫਿਰ ਦੱਸ ਦਿੰਦੇ ਸੀ ਕਿ ਯਾਰ ਮੇਰਾ ਮੈਚ ਹੈ ਇਸ ਫਲਾਣੀ ਫਰਾਈਡੇ ਦੇ ਦੇਣਾ। ਅਤੇ ਇਸ ਤਰ੍ਹਾਂ ਮੈਨੇਜ ਕਰਕੇ ਉਹਨਾਂ ਨੇ ਮੇਰਾ 1-2 ਸਾਲ ਗੁਜ਼ਾਰੇ, ਕਿਉਂਕਿ ਮੈਂ ਜੋਬ ਦੇ ਨਾਲ ਕ੍ਰਿਕਟ ਖੇਲਦਾ ਸਾਂ। ਹਰ ਟੂਰਨਾਮੈਂਟ 'ਚ ਅੱਛੀ ਪਰਫਾਰਮੈਂਸ ਹੁੰਦੀ ਸੀ। ਇੱਕ
ਫਾਈਨਲ ਸੈਮੀਫਾਈਨਲ 'ਚ ਸਕੋਰ ਕਰਕੇ ਮੈਂ ਆਣਾ, ਡਿਊਟੀ ਤੋਂ ਛੁੱਟੀ ਲੈ ਕੇ ਅੱਧਾ ਦਿਨ ਕੰਮ ਕਰਕੇ ਫਿਰ ਮੈਚ खेलना आके फिर अच्छे रन्स करने, 100 भी करने, मतलब बड़ी अच्छी परफॉर्मेंस करनी। क्योंकि एक तुसी शहर च नाम बना ਲਈ अच्छी परफॉर्मेंस करोगे तो एक नाम ਤੁਹਾਡਾ ਚੱਲੇਗਾ ਨਾ ਕਿ ਯਾਰ ਇੱਕ ਬੜਾ ਅੱਛਾ ਲੜਕਾ ਆਇਆ ਹੈ। ਤੇ ਬਾਕੀ ਇਹ ਹੈ ਕਿ ਜਿਸ ਦਿਨ ਪ੍ਰੈਕਟਿਸ ਜਿਹੜੀ ਮੇਰੀ ਸੀਗੀ ਡਿਊਟੀ ਦੇ ਦੌਰਾਨ ਬਹੁਤ ਮੁਸ਼ਕਿਲ ਟਾਈਮ ਕੱਢਦਾ ਸਾਂ ਮੈਂ। ਸ਼ਾਮ ਨੂੰ 5 ਵਜੇ ਸਰਦੀਆਂ ਦੇ ਦਿਨ ਹੁੰਦੇ ਸੀ। ਕਿੰਨੇ ਘੰਟੇ ਦੀ ਡਿਊਟੀ ਤੋਂ ਬਾਅਦ ਤੁਸੀਂ ਮੈਚ ਖੇਡਦੇ ਸੀ? ਮੈਂ ਸਵੇਰ ਜਾਂਦਾ ਸਾਂ ਤਕਰੀਬਨ 8 ਵਜੇ ਜਾਂਦਾ ਸਾਂ ਤੇ ਸ਼ਾਮ ਨੂੰ 5-6 ਵਜੇ ਆਉਂਦਾ ਸਾਂ। ਤੇ ਪ੍ਰੈਕਟਿਸ ਗਰਮੀਆਂ ਨੂੰ ਤੇ ਕਿਉਂਕਿ 5 ਵਜੇ ਛੁੱਟੀ ਹੁੰਦੀ ਸੀ ਤੇ ਮਗਰਬ 7 ਵਜੇ ਹੁੰਦੀ ਸੀ, ਅੱਛਾ ਟਾਈਮ ਮਿਲ ਜਾਂਦਾ ਸੀ। ਜਿਹੜਾ ਸਰਦੀਆਂ ਨੂੰ ਮਿਲਦਾ ਸੀਗਾ ਉਹ 5 ਵਜੇ ਆਉਂਦਾ ਸਾਂ, ਮਿਲ ਗਿਆ ਟਾਈਮ, ਹਨੇਰਾ ਹੋਣ ਤੋਂ ਪਹਿਲੇ ਪ੍ਰੈਕਟਿਸ ਕਰ ਲਈ। नौजवानों सुन रहे हो, क्रिकेटर या किसी भी मैदान च नाम बनाना एडा सौखा नहीं। वो किसे क्या सी ना कि ये शहादत गहे उल्फत में कदम रखना है। लोग आसान समझते हैं मुसलमान होना, ते बड़ियां मेहनत करनियां पैंदियां ने, उठना पैंदा है, पढ़ना पैंदा है, ਜਿਹੜੀ ਫੀਲਡ 'ਚ ਵੀ ਹੋ ਉਹਦੇ 'ਚ ਅਖੀਰ ਕਿਸਮ ਦੀ ਮਿਹਨਤ ਕਰਨੀ ਪੈਂਦੀ ਹੈ।